ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਅੱਜ ਦੇ ਦਿਨ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਕਿਸੇ ਵੀ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾਉਣੀ ਹੋਵੇ, ਇਸ ਦੇ ਲਈ ਇਹਨਾਂ ਨੂੰ ਕਾਲ ਕਰੋ। ਨੰਬਰ 408 272 2500, 4082722500। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ, ਹਰਪਾਲ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੁਮਾਰ ਜੀ, ਬਲਵਿੰਦਰ ਸਿੰਘ ਭੇਲਾ ਜੀ ਅਤੇ ਰਜਿੰਦਰ ਕੌਰ ਜੀ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਲਈ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698, 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਕੱਲ੍ਹ ਵੀ ਜਿੱਦਾਂ ਆਪਾਂ ਜ਼ਿਕਰ ਕੀਤਾ ਸੀ ਉਹ ਜਿਹੜੀ ਖਬਰ ਦਾ, ਜਿਸ ਦੇ ਵਿੱਚ ਇਹ ਖਬਰ ਆ ਰਹੀ ਸੀ ਵੀ ਇਰਾਕ ਦੇ ਵਿੱਚ ਜਿਹੜੇ ਫਸੇ ਆ ਪੰਜਾਬੀ, ਜਿਹੜੇ ਭਾਰਤੀ ਆ 39 ਜਿਹੜੇ ਆ, ਉਹਨਾਂ ਦੇ ਜਿਹੜੀਆਂ ਮਰਨ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਆ, ਅਤੇ ਉਸ ਨੂੰ ਲੈ ਕੇ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਆ ਅਜੇ ਡਾਢੇ ਚਿੰਤਤ ਨੇ। ਅਤੇ ਸਰਕਾਰ ਦੇ ਵੱਲੋਂ ਜਿਹੜਾ ਜੀ ਇਸ ਦੇ ਬਾਰੇ ਜਿਹੜਾ ਉਹਨਾਂ ਨੂੰ ਕੀ ਕੀ ਦੱਸਿਆ ਜਾ ਰਿਹਾ? ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਜਿਹੜਾ ਜੀ ਉੱਠਿਆ, ਪਰ ਜਿਹੜੇ ਵਿਦੇਸ਼ ਮੰਤਰੀ ਨੇ ਸੁਸ਼ਮਾ ਸਵਰਾਜ, ਉਹਨਾਂ ਦਾ ਜਵਾਬ ਜਿਹੜਾ ਜੀ ਉਹ ਗੋਲ ਮੋਲ ਜਿਹਾ ਜੀ, ਉਹਦੇ ਵਿੱਚ ਬਹੁਤੀ ਪੁਖਤਾ ਜਿਹੜੀ ਜਾਣਕਾਰੀ ਤਾਂ ਹੈ ਨਹੀਂ ਗੀ। ਸਿਰਫ ਜਿਹੜੀਆਂ ਮੀਡੀਆ ਰਿਪੋਰਟਾਂ ਨੇ ਉਹਦੇ ਉੱਤੇ ਹੀ ਡਿਪੈਂਡ ਹੈ। ਉਹਦਾ ਪ੍ਰਮੁੱਖ ਰੀਜ਼ਨ ਇਹ ਹੈ ਕਿ ਸਰਕਾਰ ਨੇ ਇਹਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ। ਇੱਕ ਗੱਲ ਤਾਂ ਜਿਹੜੀ ਸੁਸ਼ਮਾ ਸਵਰਾਜ ਨੇ ਮੰਨੀ ਹੈ ਕਿ ਜਿਹੜਾ ਇੱਕ ਵਿਅਕਤੀ ਇਹਦੇ ਵਿੱਚੋਂ ਬਚਿਆ ਹੋਇਆ ਕਿ ਉਹ ਜਿਹੜਾ ਜੀ ਭਾਰਤ ਦੀ ਸਰਕਾਰ ਦੇ ਕਬਜ਼ੇ ਦੇ ਵਿੱਚ ਹੈ। ਇਹ ਕਿਹਾ ਗਿਆ ਜੀ ਕਿ ਉਹਦੀ ਜਾਨ ਨੂੰ ਖਤਰਾ ਹੈ, ਹਰਜੀਤ ਮਸੀਹ ਦੀ, ਇਸ ਕਰਕੇ ਉਹਨੂੰ ਸਰਕਾਰ ਨੇ ਜਿਹੜਾ ਜੀ ਆਪਣੇ ਕਬਜ਼ੇ ਦੇ ਵਿੱਚ ਲਿਆ ਹੋਇਆ। ਔਰ ਦੂਜੀ ਗੱਲ ਉਹ ਕਹਿੰਦੀ ਕਿ ਉਹਦੀ ਕਹੀ ਹੋਈ ਗੱਲ ਜਿਹੜੀ ਸਾਰੀ ਆ ਉਹਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ, ਜਾਂ ਟੀਵੀ ਚੈਨਲਾਂ ਦੀਆਂ ਰਿਪੋਰਟਾਂ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਜੇ ਟੀਵੀ ਚੈਨਲਾਂ ਦੀ ਰਿਪੋਰਟਾਂ ਦੇ ਉੱਤੇ ਯਕੀਨ ਨਹੀਂ ਹੈ ਤੇ ਫਿਰ ਸਰਕਾਰ ਦੇ ਕੋਲੇ ਕੀ ਜਾਣਕਾਰੀ ਹੈ? ਸਰਕਾਰ ਕੋਲੇ ਇਸ ਸੰਬੰਧ ਦੇ ਵਿੱਚ ਕੋਈ ਜਾਣਕਾਰੀ ਜਿਹੜੀ ਸਹੀ ਪੁੱਛੋ ਤਾਂ ਹੈ ਨਹੀਂ ਗੀ। ਇਹ ਕਿਹਾ ਜਾ ਰਿਹਾ ਕਿ ਜਿਹੜਾ ਹਰਜੀਤ ਮਸੀਹ ਹੈ ਉਹਦੇ ਵੱਲੋਂ ਦਿੱਤੀ ਹੋਈ ਜਿਹੜੀ ਜਾਣਕਾਰੀ ਆ ਉਹਨੂੰ ਦਬਾਉਣ ਦੇ ਵਾਸਤੇ ਹੀ ਜਿਹੜੀ ਸਰਕਾਰ ਹੈ ਉਹਨੂੰ ਕਬਜ਼ੇ 'ਚ ਆਪਣੇ ਕਰਕੇ ਬੈਠੀ ਹੈ। ਜਿਹੜੇ ਪਰਿਵਾਰ ਨੇ ਇੱਥੇ ਪੰਜਾਬੀ ਨੇ, ਕਿਉਂਕਿ ਬਹੁਤੇ 39 ਦੇ ਕਰੀਬ, ਉਹ ਸਹਿਮੇ ਹੋਏ ਨੇ ਜੀ ਇਹ ਸਾਰੀ ਸਰਕਾਰ ਦੀ ਜਾਣਕਾਰੀ ਤੋਂ, ਕਿਉਂਕਿ ਉਹ ਇਹ ਕਹਿੰਦੇ ਨੇ ਕਿ ਜੇ ਸੁਸ਼ਮਾ ਸਵਰਾਜ ਵੀ ਕਹਿੰਦੇ ਕਿ ਸਾਡੇ ਕੋਲ ਇੰਨੀ ਜਾਣਕਾਰੀ ਹੈਗੀ ਆ ਕਿ ਉਹ ਜਿਉਂਦੇ ਨੇ, ਕਿਤੇ ਉਹਨਾਂ ਤੋਂ ਕੰਮ ਕਰਵਾਇਆ ਜਾ ਰਿਹਾ, ਤਾਂ ਪਰਿਵਾਰ ਵਾਲੇ ਕਹਿੰਦੇ ਵੀ ਜਿਹੜੇ 39 ਨੇ ਉਹਨਾਂ ਚੋਂ ਕਿਸੇ ਇੱਕ ਦੇ ਨਾਲ ਜਿਹੜਾ ਜੀ ਤੁਸੀਂ ਸਾਡਾ ਸੰਪਰਕ ਕਰਾ ਦਿਓ,
ਗੱਲਬਾਤ ਜਿਹੜੀ ਹੈ ਕਰਾ ਦਿਓ ਜੇ ਉਹ ਤੁਹਾਡੇ ਸੰਪਰਕ ਦੇ ਵਿੱਚ ਨੇ। ਜੇ ਸੰਪਰਕ ਦੇ ਵਿੱਚ ਨਹੀਂ ਹੈਗੇ ਤਾਂ ਕਮ ਸੇ ਕਮ ਉਹਨਾਂ ਪਰਿਵਾਰਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਜਾਵੇ ਕਿ ਉਹ ਸੰਪਰਕ ਦੇ ਵਿੱਚ ਨਹੀਂ ਹੈਗੇ। ਸੋ ਲੱਲੇ ਭੱਬੇ ਜਿਹੜੇ ਆ ਜੀ ਉਹ ਮਾਰ ਰਹੀ ਹੈ ਸਰਕਾਰ। ਸ਼ਾਇਦ ਕਿਤੇ ਨਾ ਕਿਤੇ ਲੱਗਦਾ ਇਹੀ ਹੈ ਜੀ ਕਿ ਜਿਹੜੀ ਹਰਜੀਤ ਮਸੀਹ ਨੇ ਜਿਹੜਾ ਦਾਅਵਾ ਕੀਤਾ ਉਹ ਭਾਣਾ ਜਿਹੜਾ ਉਹ ਵਾਪਰ ਗਿਆ ਹੋਇਆ ਜੀ, ਰੱਬ ਕਰੇ ਨਾ ਹੋਵੇ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਇਹੀ ਹੈ ਕਿ ਸ਼ਾਇਦ ਉਸ ਦੁਨੀਆ 'ਚ ਨਹੀਂ ਹੈਗੇ ਜੀ। ਜੀ ਸੋ ਕਾਫੀ ਜਿਹੜੀ ਆ ਇਸ ਚੀਜ਼ ਨੂੰ ਲੈ ਕੇ ਜਿੱਦਾਂ ਉਹਨਾਂ ਨੇ ਦੱਸਿਆ ਆ ਵੀ ਜਿਹੜੇ ਪਰਿਵਾਰ ਨੇ ਕਾਫੀ ਚਿੰਤਤ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਭਾਜਪਾ ਦੇ ਵੱਲੋਂ ਜਿਹੜੇ ਸਿੱਖ ਮੁੱਦਿਆਂ ਦੇ ਵੱਲ ਉਹ ਜਿਹੜਾ ਹੁਣ ਬਹੁਤ ਜਿਹੜੇ ਜੀ ਵੱਧ ਰਹੇ ਆ ਤੇ ਅਕਾਲੀ ਜਿਹੜੇ ਆ ਜੀ ਉਹ ਉੱਥੇ ਚੁੱਪ ਨੇ, ਉਹਨਾਂ ਤੋਂ ਇਦਾਂ ਲੱਗਦਾ ਵੀ ਇਹ ਮੁੱਦੇ ਹਾਈਜੈਕ ਕਰ ਲਏ ਗਏ। ਬਿਲਕੁਲ ਜੀ, ਇਹ ਆਲਮੋਸਟ ਮੁੱਦੇ ਜਿਹੜੇ ਨੇ ਤੁਸੀਂ ਕਹਿ ਲਓ ਕਿ ਹਾਈਜੈਕ ਹੋ ਗਏ ਨੇ। ਅਕਾਲੀ ਦਲ ਨੂੰ ਹੁਣ ਆਪਣੀ ਜਿਹੜੀ ਆ ਜੀ ਉਹ ਗੱਦੀ ਦਾ ਬਹੁਤਾ ਫਿਕਰ ਹੈ। ਇਹਨਾਂ ਮੁੱਦਿਆਂ ਨੂੰ ਵੈਸੇ ਅਕਾਲੀ ਦਲ ਨੂੰ ਛੱਡਿਆ ਦੇਰ ਹੋ ਗਈ ਹੈ। ਹੁਣ ਤਾਂ ਸ਼ਾਇਦ ਉਹ ਭੁੱਲ ਭੁਲਾ ਵੀ ਗਿਆ ਹੋਵੇ ਕਿ ਕੋਈ ਅਨੰਦਪੁਰ ਸਾਹਿਬ ਦਾ ਮਤਾ ਵੀ ਹੁੰਦਾ ਸੀਗਾ ਤੇ ਕੋਈ ਪੰਜਾਬ ਦੇ ਪਾਣੀਆਂ ਦਾ ਵੀ ਮਸਲਾ ਸੀਗਾ। ਚੰਡੀਗੜ੍ਹ ਦਾ ਮਸਲਾ ਉਹਨੇ ਪਿਛਲੇ ਦਿਨਾਂ ਦੇ ਵਿੱਚ ਜ਼ਰੂਰ ਚੁੱਕਿਆ। ਉਹ ਇਸ ਕਰਕੇ ਚੁੱਕਿਆ ਕਿਉਂਕਿ ਬੀਜੇਪੀ ਵਾਲਿਆਂ ਨੇ ਚੁੱਕਿਆ ਸੀਗਾ। ਸੋ ਤੁਸੀਂ ਇਹ ਕਹਿ ਲਓ ਕਿ ਉਹਨਾਂ ਦਾ ਰਾਗ ਹੀ ਲਾਪਿਆ ਸੀਗਾ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਾਂ ਅਕਾਲੀ ਦਲ ਦੇ ਕੋਈ ਲੈ ਕੇ ਰਵਾਂਗੇ ਜੀ ਜਿਹੜਾ ਚੰਡੀਗੜ੍ਹ, ਜਦੋਂ ਕਿ ਇਹਦੇ ਤੋਂ ਸਹੀ ਆਪਾਂ ਕਈ ਵਾਰੀ ਪਹਿਲਾਂ ਵੀ ਹੁੰਦੇ ਕੀਤਾ ਕਿ ਟੈਕਨੀਕਲੀ ਜਿਹੜਾ ਦਾਅਵਾ ਆ ਉਹ ਤਾਂ ਖਤਮ ਕਰ ਲਿਆ ਪੰਜਾਬ ਨੇ ਆਪੇ ਹੀ ਚੰਡੀਗੜ੍ਹ ਵਸਾਉਣ ਦੇ ਕਰਕੇ। ਔਰ ਦੂਸਰਾ ਜਿਹੜੇ ਆਫਿਸ ਸੀਗੇ ਜੀ ਉਹ ਸਾਰੇ ਦੇ ਸਾਰੇ ਮੂਵ ਕਰਨੇ ਹੋਏ ਆ ਚੰਡੀਗੜ੍ਹ ਦੇ ਵਿੱਚੋਂ, ਕੋਈ ਇੱਕ ਅੱਧਾ ਜਿਹੜਾ ਜੀ ਰਹਿ ਗਿਆ। ਜਿਹੜੇ ਭਾਰਤੀ ਜਨਤਾ ਪਾਰਟੀ ਹੈ ਉਹ ਹਮਾਇਤ ਕਰ ਰਹੀ ਹੈ ਹੁਣ ਗੁਰਬਖਸ਼ ਸਿੰਘ ਹੋਰਾਂ ਦੀ ਵੀ, ਜਿਹੜੇ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ। ਕਮਲ ਸ਼ਰਮਾ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹ ਉੱਥੇ ਜਾ ਕੇ ਆਏ ਨੇ। ਅਕਾਲੀ ਦਲ ਵਾਲੇ ਅਜੇ ਵੀ ਜੱਕੋ ਤੱਕੀ ਤੁਰੇ ਫਿਰਦੇ ਨੇ। ਜੇ ਜਾਣਗੇ ਵੀ ਉਹਦੀ ਹਮਾਇਤ ਦੇ ਉੱਤੇ ਉੱਥੇ ਕਿਹੜੇ ਮੂੰਹ ਦੇ ਨਾਲ ਜਾਣਗੇ ਜੀ, ਕਿਉਂਕਿ ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਕਿਸੇ ਗੁਰਦੁਆਰੇ ਦੇ ਵਿੱਚ ਬੈਠਣ ਲਈ ਜਗ੍ਹਾ ਵੀ ਨਹੀਂ ਦਿੱਤੀ ਉਹਨੇ ਗੁਰਬਖਸ਼ ਸਿੰਘ ਹੋਰਾਂ ਨੂੰ। ਇਸ ਕਰਕੇ ਕਿ ਇੱਥੇ ਮੁਸੀਬਤ ਅਸੀਂ ਗੱਲ ਨਹੀਂ ਪਾਉਣੀ ਹੈ। ਪਰ ਬਦਲੇ ਹੋਏ ਹਾਲਾਤ ਜਿਹੜੇ ਸੀਗੇ ਉਹਨਾਂ ਦੀ ਨਬਜ਼ ਤੋਂ ਨਹੀਂ ਸਕਿਆ ਅਕਾਲੀ ਦਲ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣੇ ਦੇ ਵਿੱਚ ਜਿਹੜੀ ਹੈ ਉਹ ਆ ਚੁੱਕੀ ਹੈ ਤੇ ਉਹਨੇ ਇਹ ਮੁੱਦਾ ਛੱਡਣਾ ਨਹੀਂਗਾ। ਹੁਣ ਇਹ ਕਿਹਾ ਜਾ ਰਿਹਾ ਕਿ ਕੁਝ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਇਹ ਕਹਿੰਦੀ ਹੈ ਕਿ ਉੱਥੇ ਜਾਣਾ ਚਾਹੀਦਾ ਹੈ ਗੁਰਬਖਸ਼ ਸਿੰਘ ਦੇ ਕੋਲੇ। ਪਰ ਦੂਜੀ ਇੱਕ ਲੀਡਰਸ਼ਿਪ ਉਹ ਵੀ ਹੈਗੀ ਹੈ ਜੀ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਮਗਰ ਚੱਲਦੀ, ਉਹ ਕਹਿੰਦੇ ਕਿਸੇ ਜਾਣ ਦੀ ਲੋੜ ਨਹੀਂ ਹੈ। ਅਸੀਂ ਉਸ ਮੁੱਦੇ ਦੇ ਵਿੱਚੋਂ ਜਿਹੜਾ ਜੀ ਉਹ ਕੀ ਲੈਣਾ। ਸੋ ਦੇਖਿਆ ਜਾਵੇ ਤਾਂ ਇਹ ਆਪਣੇ ਪੈਰਾਂ ਦੇ ਉੱਤੇ ਆਪ ਹੀ ਜਿਹੜਾ ਜੀ ਉਹ ਕੁਹਾੜਾ ਮਾਰ ਰਹੇ ਨੇ। ਜਿਹੜੇ ਤਾਣੇ ਤੇ ਬੈਠੇ ਨੇ ਉਹਨੂੰ ਕੱਟ ਰਹੇ ਨੇ। ਪਰ ਸਹੀ ਪੁੱਛੋ ਤਾਂ ਸ਼ਾਇਦ ਪੰਜਾਬੀ ਜਿੱਥੇ ਜਿੱਥੇ ਬੈਠੇ ਨੇ ਉਹ ਇਸ ਗੱਲ ਦੇ ਵਾਸਤੇ ਦੁਆਗੋ ਨੇ ਜੀ ਕਿ ਆਪਣਾ ਟਾਣਾ ਆਪ ਕੱਟ ਹੀ ਲੈਣ ਤੇ ਚੰਗਾ। ਜਿੰਨੀ ਛੇਤੀ ਕੱਟ ਲੈਣ ਉਨੀ ਛੇਤੀ ਚੰਗਾ, ਉਨਾ ਹੀ ਪੰਜਾਬ ਦਾ ਜਿਹੜਾ ਜੀ ਉਹ ਭਲਾ। ਪਰ ਦੂਜਾ ਪੱਖ ਇਹਦਾ ਇਹ ਵੀ ਹੈ ਕਿ ਜਿਵੇਂ ਬੀਜੇਪੀ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਕਰ ਰਹੀ ਹੈ, ਉਹਨੇ ਸਿਵਾਏ ਰਾਜਨੀਤੀ ਕਰਨ ਤੋਂ ਬਹੁਤਾ ਕੁਝ ਕਰਨਾ ਨਹੀਂਗਾ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਇਹ ਕਹਿੰਦੇ ਕਿ ਗੁਰਬਖਸ਼ ਸਿੰਘ ਦੀ ਸਪੋਰਟ ਦੇ ਉੱਤੇ ਅਸੀਂ ਬੈਠੇ ਹਾਂ। ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਇਹ ਤਾਂ ਮੇਰਾ ਖਿਆਲ ਉਹਨਾਂ ਕੋਲੋਂ ਕੋਈ ਹੈ ਨਹੀਂਗਾ ਕਿ ਕਿਤੋਂ ਲੈਣ ਜਾਣਾ ਜਾਂ ਸੰਘਰਸ਼ ਕਰਨਾ ਪੈਣਾ। ਮਿਲਣ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇ ਜਿਹੜੇ ਬੰਦੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਛੁਡਵਾ ਦੇਣ ਦੀ ਚੁੱਪ ਕਰਕੇ। ਪਰ ਮੈਂ ਪਹਿਲੇ ਦਿਨ ਵੀ ਕਵਰ ਕੀਤਾ ਸੀਗਾ ਜੀ, ਇਹ ਗੱਲ ਤੁਹਾਨੂੰ ਯਾਦ ਹੋਣੀ ਹੈ ਕਿ ਇਹਨੂੰ ਪਹਿਲਾਂ ਪੂਰਾ ਭਾਰਿਆ ਜਾਊਗਾ ਇਸ ਮੁੱਦੇ ਨੂੰ, ਫਿਰ ਇਹਦੇ ਤੋਂ ਸਿਆਸੀ ਲਾਹਾ ਜਿਹੜਾ ਜੀ ਉਹ ਲਿਆ ਜਾਊਗਾ। ਲਊਗੀ ਬੀਜੇਪੀ ਇਹ ਤੋਂ ਲਾਹਾ। ਜੀ ਜੋ ਇਸ ਟਾਈਮ ਹਾਲਾਤ ਲੱਗ ਰਹੇ ਨੇ ਵੀ ਉਹ ਜਿਹੜੇ ਲਗਾਤਾਰ ਜਿਹੜੇ ਆ ਪੰਜਾਬ ਦੇ ਵਿੱਚ ਪੈਰ ਜਿਹੜੇ ਆ ਜੋਰਾਂ ਸ਼ੋਰਾਂ ਦੇ ਨਾਲ ਜਮਾ ਰਹੇ ਆ ਹਰ ਇੱਕ ਤਰੀਕੇ ਦੇ ਨਾਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਰਾਮਪਾਲ ਦੀ ਜਿਹੜੀ ਗ੍ਰਿਫਤਾਰੀ ਆ ਕਾਫੀ ਜਿਹੜੀ ਹੈ ਜੀ ਮਹਿੰਗੀ ਪਈ ਆ, 23 ਕਰੋੜ ਤੱਕ ਦਾ ਖਰਚਾ ਆ ਗਿਆ। ਬਿਲਕੁਲ ਜੀ, ਇਹ ਜਿਹੜੀ ਜਾਣਕਾਰੀ ਡਿਟੇਲ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਕਰੋੜਾਂ ਰੁਪਏ ਜਿਹੜੇ ਆ ਜੀ ਉਹ ਖਰਚ ਹੋ ਗਏ ਇਸ ਟੁੱਟੇ ਜਿਹੇ ਬਾਬੇ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਵਾਸਤੇ। ਦਾਅਵਾ ਤਾਂ ਬਹੁਤ ਵੱਡਾ ਕੀਤਾ ਜਾ ਰਿਹਾ, ਪਰ ਜਿਹੜਾ ਜਦੋਂ ਹੁਣ ਤੁਸੀਂ ਖਰਚੇ ਦੀ ਗੱਲ ਕਰਦੇ ਹੋ ਤਾਂ ਉਹਨਾਂ ਖਰਚਾ ਇੱਕ ਬੰਦੇ ਦੇ ਉੱਤੇ ਹੋ ਗਿਆ। ਇਹਦਾ ਮਤਲਬ ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹ ਕਿੱਥੇ ਫਲਾਪ ਹੋ ਗਈਆਂ, ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਇੰਨਾ ਵੱਡਾ ਇਹ ਆਪਣਾ ਡੇਰਾ ਜਿਹੜਾ ਜੀ ਉਹ ਬਣਾ ਕੇ ਬੈਠਾ ਹੈ, ਕਿਤਾ ਕੁਝ ਜਿਹੜਾ ਜੀ ਉਹਨੇ ਅੰਦਰ ਆਪਣੇ ਪ੍ਰਬੰਧ ਕੀਤਾ ਹੋਇਆ ਸਾਰਾ ਸਾਰਾ। ਇਹ ਕੁੱਲ ਜਿਹੜਾ ਖਰਚਾ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਸੈਂਟਰ ਨੂੰ 26 ਕਰੋੜ 62 ਲੱਖ 97 ਹਜ਼ਾਰ ਰੁਪਏ ਜਿਹੜਾ ਜੀ ਉਹ ਪੈ ਗਿਆ। ਕੇਂਦਰ ਦੀ ਸਰਕਾਰ ਨੂੰ ਇਹਦੇ ਵਿੱਚ 3 ਕਰੋੜ 55 ਲੱਖ ਦਾ ਖਰਚਾ ਪਿਆ ਔਰ ਹਰਿਆਣਾ ਸਰਕਾਰ ਨੂੰ 15 ਕਰੋੜ 43 ਲੱਖ 77 ਹਜ਼ਾਰ ਰੁਪਏ ਦਾ ਖਰਚਾ ਪਿਆ। ਪੰਜਾਬ ਸਰਕਾਰ ਨੇ ਵੀ ਇਹ ਤੇ ਖਰਚਾ ਲਾਇਆ ਜੀ 4 ਕਰੋੜ 34 ਲੱਖ 49 ਹਜ਼ਾਰ ਰੁਪਇਆ ਉਹਨੂੰ ਪੈ ਗਿਆ। ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਸੀ ਜੀ ਉਹਨੇ 3 ਕਰੋੜ 29 ਲੱਖ 20 ਹਜ਼ਾਰ ਰੁਪਇਆ ਜਿਹੜਾ ਜੀ ਉਹ ਪਿਆ। ਕੁੱਲ ਜਿਹੜਾ ਸੀਗਾ ਜੀ 26 ਕਰੋੜ 62 ਲੱਖ 97 ਹਜ਼ਾਰ ਜਿਹੜਾ ਜੀ ਉਹ ਖਰਚਾ ਪਿਆ। ਔਰ ਇਹ ਖਰਚਾ ਕੇਂਦਰ ਜਿਹੜਾ ਜੀ
20 ਨਵੰਬਰ ਤੱਕ ਦਾ ਜੀ ਜੀ ਜਿਹੜੀਆਂ CRPF ਦੀਆਂ ਕੰਪਨੀਆਂ ਬਰਵਾਲਾ ਦੇ ਵਿੱਚ ਅਜੇ ਵੀ ਲੱਗੀਆਂ ਹੋਈਆਂ ਨੇ, ਜਾਂ ਜਿਹੜੇ ਪ੍ਰਬੰਧ ਜਿਵੇਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ ਸੀਗਾ ਰਾਮਪਾਲ ਨੂੰ, ਜਿਹੜੇ ਹੁਣ ਉੱਤੇ ਪ੍ਰਬੰਧ ਕੀਤੇ ਗਏ ਚੰਡੀਗੜ੍ਹ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ, ਇਹ ਸਾਰੇ ਖਰਚੇ ਜਿਹੜੇ ਨੇ ਇਹ ਵਾਧੂ ਨੇ ਜੀ ਅਜੇ ਭਾਵ ਇਹਦਾ ਤੇ ਜਿਹੜਾ ਹਿਸਾਬ ਕਿਤਾਬ ਆ ਉਹ ਹੋ ਸਕਦਾ ਜੀ। ਉਮੀਦ ਹੈ ਇਸ ਗੱਲ ਦੀ, ਕਿਉਂਕਿ ਬਾਕੀ ਵੀ ਹਿਸਾਬ ਜਿਹੜਾ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੰਗਿਆ ਕਿ ਜਿੰਨੀ ਵਾਰੀ ਪੇਸ਼ੀਆਂ ਦੇ ਉੱਤੇ ਨਹੀਂ ਆਉਂਦਾ ਰਿਹਾ, ਜਿਹੜੇ ਲੋਕ ਇੱਥੇ ਆ ਕੇ ਇਕੱਠੇ ਹੋਏ ਰਹਿੰਦੇ ਸੀ ਉਹਨਾਂ ਦਾ ਖਰਚਾ ਵੀ ਸਾਰਾ ਦੱਸੋ। ਸੋ ਹੋ ਸਕਦਾ ਜੀ ਕਿ ਇਹ ਜਿਹੜਾ ਇਸ ਮਾਮਲੇ ਦੇ ਉੱਤੇ ਜਿਹੜੀ ਹਾਈ ਕੋਰਟ ਹੈ ਜੀ ਉਹ ਇਹ ਕਵੇ ਕਿ ਵਿੱਚ ਜਿਹੜੀਆਂ ਜਾਇਦਾਦਾਂ ਸਾਰੀਆਂ ਇਹ ਖਰਚਾ ਜਿਹੜਾ ਜੀ ਪੂਰਾ ਕਰੋ, ਜਿਹੜੀਆਂ ਕਿ ਕਈ ਕਰੋੜ ਰੁਪਏ ਦੀਆਂ ਇਹਦੀਆਂ ਪ੍ਰਾਪਰਟੀ ਨੇ, ਇਸ ਤੋਂ ਕਿਤੇ ਵੱਧ ਪੈਸੇ ਜਿਹੜੇ ਉਹ ਵੱਟੇ ਜਾ ਸਕਦੇ ਨੇ। ਉਮੀਦ ਹੈ ਜੀ ਕਿ ਏਦਾਂ ਦਾ ਕੁਝ ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਉਹ ਕਰੂਗੀ, ਤੇ ਬਾਕੀ ਜਿਹੜੇ ਵੱਡੇ ਵੱਡੇ ਮਹਿਲ ਨਵਾਂ ਦੇਸ਼ ਬਣਾਏ ਬੈਠੇ ਨੇ ਉਹਨਾਂ ਨੂੰ ਕੋਈ ਮਾੜੀ ਮੋਟੀ ਜਿਹੜੀ ਹੈ ਜੀ ਅਕਲ ਆਊਗੀ ਇਸ ਮਾਮਲੇ ਤੇ, ਕਿ ਅਦਾਲਤ ਚ ਵੀ ਇੱਦਾਂ ਪਤਾ ਨਿਕਲੇ ਜਦੋਂ ਕੁਝ ਵੀ ਬਦਲ ਸਕਦੀ ਹੈ। ਹਾਂ, ਇਹੋ ਜਿਹੀ ਉਮੀਦ ਅਦਾਲਤ ਤੋਂ ਸੀਗੀ, ਇਹ ਕਿਸੇ ਸਰਕਾਰ ਦੇ ਵੱਲੋਂ ਨਾ ਕੀਤਾ ਗਿਆ ਪਹਿਲਾਂ, ਨਾ ਕੀਤੇ ਅੱਗੋਂ ਕੀਤੇ ਜਾਣ ਦੀ ਕੋਈ ਉਮੀਦ ਹੈ ਕੀ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਉਸਮ ਕਾਂਡ ਨੂੰ ਲੈ ਕੇ, ਉਸ ਦੇ ਜਿਹੜੇ ਗਵਾਹ ਦੀ ਜਿਹੜੀ ਗੱਲ ਕਰ ਰਹੇ ਆ ਜਗਜੀਤ ਸਿੰਘ, ਉਹ ਦਿੱਲੀ ਦੇ ਵਿੱਚ ਆ, ਇਹ ਖਬਰਾਂ ਕਨਸੋਹਾ ਮਿਲ ਰਹੀਆਂ। ਬਿਲਕੁਲ, ਐਕਚੁਅਲੀ ਇਹ ਬੜਾ ਜਿਹੜਾ ਜੀ ਗੰਭੀਰ ਮੁੱਦਾ ਇੱਕ ਕਿਸਮ ਦੇ ਨਾਲ ਬਣਿਆ ਹੋਇਆ ਪਿਛਲੇ ਇੱਕ ਹਫ਼ਤੇ ਤੋਂ, ਕਿ ਉਹ ਗਿਆ ਜਗਜੀਤ ਸਿੰਘ ਤੇ ਕਿੱਥੇ ਗਿਆ। ਉਹ ਐਕਚੁਅਲੀ ਜੀ ਵਿਚਾਰਾ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ। ਉਹਦਾ ਮੋਟਰਸਾਈਕਲ ਵਿਕ ਗਿਆ, ਕੈਮਰਾ ਵਿਕ ਗਿਆ, ਦੁਕਾਨ ਵਿਕ ਗਈ, ਰੋਟੀ ਪਾਣੀ ਦੇ ਉਹਨੂੰ ਜਿਹੜੇ ਲਾਲੇ ਨੇ ਉਹ ਪਏ ਹੋਏ ਨੇ। ਪੁਲਿਸ ਨਹੀਂ ਲੱਭ ਸਕੀ, ਇੱਕ TV ਚੈਨਲ ਨੇ ਲੱਭ ਲਿਆ ਉਹਨੂੰ ਜੀ ਦੇਖ ਲਓ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਨੇ ਰਾਜ ਕੁਮਾਰ ਵੇਰਕਾ, ਉਹਨਾਂ ਨੇ ਜਗਜੀਤ ਸਿੰਘ ਦੀ ਪਤਨੀ ਦੇ ਨਾਲ ਮੁਲਾਕਾਤ ਜਿਹੜੀ ਕੀਤੀ ਹੈ, ਤੇ ਅੱਜ ਉਮੀਦ ਹੈ ਜੀ ਕਿ ਜਿਹੜੇ ਰਾਜ ਕੁਮਾਰ ਵੇਰਕਾ ਨੇ ਉਹਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਕਰਨਗੇ। ਇਹ ਕਿਹਾ ਜਾ ਰਿਹਾ ਜੀ ਕਿ ਜਗਜੀਤ ਸਿੰਘ ਨੇ ਇੰਨੀ ਉਹ ਫੋਨ ਦੇ ਉੱਤੇ ਸਾਹਮਣੇ ਆਇਆ ਜੀ ਜਿਹੜੇ ਚੈਨਲ ਦੇ ਨਾਲ, ਔਰ ਇਹ ਕਿਹਾ ਕਿ ਉਹਦੀ ਜਾਨ ਨੂੰ ਕਿਸੇ ਹੋਰ ਤੋਂ ਨਹੀਂ, ਉਸੇ ਪੰਜਾਬ ਪੁਲਿਸ ਤੋਂ ਖਤਰਾ ਜਿਹੜੀ ਉਹਦੀ ਸੁਰੱਖਿਆ ਦੇ ਵਾਸਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਾਈ ਹੋਈ ਹੈ ਜੀ। ਉਹ ਕਹਿੰਦਾ ਮੈਨੂੰ ਇਹ ਮਾਰ ਦੇਣਗੇ ਜਿਹੜੇ ਪੰਜਾਬ ਪੁਲਿਸ ਵਾਲੇ ਨੇ। ਸੋ ਇਹ ਬੜਾ ਗੰਭੀਰ ਜਿਹੜਾ ਜੀ ਉਹਨੇ ਦੋਸ਼ ਜਿਹੜਾ ਲਾਇਆ, ਜਿਹਦੇ ਕਰਕੇ ਉਹਨੇ ਕਿਹਾ ਕਿ ਮੈਨੂੰ ਲਾਪਤਾ ਜਿਹੜਾ ਸੀਗਾ ਹੋਣਾ ਪਿਆ, ਮੈਨੂੰ ਰੂਪੋਸ਼ ਜਿਹੜਾ ਸੀਗਾ ਉਹ ਹੋਣਾ ਪਿਆ। ਦੇਖਦੇ ਆ ਜੀ ਇਸ ਤੋਂ ਬਾਅਦ ਹੁਣ, ਕਿਉਂਕਿ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਆ ਗਿਆ, ਸੋ ਇਸ ਕਰਕੇ ਜਗਜੀਤ ਸਿੰਘ ਜਿਹੜਾ ਜੀ ਉਹਦੀ ਸੁਰੱਖਿਆ ਦਾ ਇੰਤਜ਼ਾਮ ਜਿਹੜਾ ਜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸੈਂਟਰ ਜਿਹੜਾ ਉਹਨੂੰ ਕਰਨਾ ਚਾਹੀਦਾ, ਨਹੀਂ ਕਿਉਂਕਿ ਉਹ ਇੱਕ ਬਹੁਤ ਅਹਿਮ ਗਵਾਹ ਹੈ ਇੱਕ ਅਹਿਮ ਕੇਸ ਦੇ ਵਿੱਚ। ਉਸ ਅਹਿਮ ਕੇਸ ਦੇ ਵਿੱਚ ਜਿਹੜਾ ਕਿ ਉਸ ਪੰਜਾਬ ਪੁਲਿਸ ਦੇ ਅਗੇਂਸਟ ਜਾਂਦਾ, ਜਿਹੜੀ ਉਹਦੀ ਸੁਰੱਖਿਆ ਕਰਦੀ ਫਿਰਦੀ ਹੈ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਜਿਹੜਾ ਇੱਥੇ TV ਚੈਨਲ ਪੰਜਾਬ ਦੇ ਵਿੱਚ ਬੰਦ ਕਰਾਇਆ, ਉਹਨਾਂ ਦੇ ਜਿਹੜੇ EMPLOYEE ਆ, ਉਹਨਾਂ ਦੇ ਜਿਹੜੇ ਪੱਤਰਕਾਰ ਆ, ਉਹਨਾਂ ਨੇ ਕੇਬਲ ਮਾਫੀਆ ਖਿਲਾਫ ਜਿਹੜਾ ਜੀ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ। ਐਕਚੁਅਲੀ ਇਹ ਮਾਮਲਾ ਦੇਖੋ ਪਹਿਲਾਂ ਵੀ ਹੁੰਦੇ ਰਹੇ ਜੀ ਬੰਦ ਚੈਨਲ ਜਿਹੜੇ ਸੀਗੇ, ਇੱਥੋਂ PBC ਬੰਦ ਹੋਇਆ ਜਾਂ ਡੇ ਐਂਡ ਨਾਈਟ ਹੋਇਆ, ਜੇ ਉਹ ਪਹਿਲਾਂ ਪਿੱਛੇ ਚੱਲਦੀ ਹੈ ਜੀ। ਅਸੀਂ ਤਾਂ ਖੁਦ ਇਸ ਚੀਜ਼ ਦਾ ਸ਼ਿਕਾਰ ਰਹੇ ਹਾਂ, NRI ਚੈਨਲ ਜਿਹੜਾ ਸੀਗਾ ਉਹ ਬੰਦ ਹੋਇਆ ਸੀ ਇਸੇ ਤਰੀਕੇ ਨਾਲ। ਕੇਬਲ ਮਾਫੀਆ ਜਿਹੜਾ ਸੀਗਾ ਜੀ ਉਹਦੀ ਵਜ੍ਹਾ ਕਰਕੇ ਉਹ ਨਹੀਂ ਚੱਲਣ ਦਿੰਦੇ। ਮੁਸ਼ਕਲ ਇਹ ਹੈ ਜੀ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਹਿ ਤਾਂ ਦਿੰਦੇ ਨੇ ਜੀ ਕਿ ਸਾਨੂੰ ਖਬਰਾਂ ਜਿਹੜੀਆਂ ਉਹ ਪ੍ਰੋਪਰ ਨਹੀਂ ਮਿਲਦੀਆਂ, ਪਰ ਜਦੋਂ ਏਦਾਂ ਦਾ ਧੱਕਾ ਹੁੰਦਾ ਜੀ ਉਹ ਕਿਤੇ ਮੁੜ ਕੇ ਦਿੰਦੇ ਨਹੀਂਗੇ, ਚੁੱਪ ਕਰ ਜਾਂਦੇ ਨਾਲ ਜਿਹੜਾ ਜੀ ਸਾਥ ਨਹੀਂ ਦਿੰਦੇ। ਸੋ ਹੁਣ ਇਹ ਜਿਹੜਾ ਜੀ ਇੱਕ ਵਾਰੀ ਫੇਰ ਜਿਹੜਾ ABP ਸਾਂਝਾ ਪੰਜਾਬੀ ਚੈਨਲ ਬੰਦ ਹੋਇਆ ਜੀ, ਜਿਹੜੇ ਇਹਦੇ ਬੇਰੁਜ਼ਗਾਰ ਹੋਏ ਪੱਤਰਕਾਰ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਕੇਬਲ ਮਾਫੀਆ ਇਹਦੇ ਵਿੱਚ ਲੜਾਈ ਦੇਣ ਦੇ ਵਾਸਤੇ ਜਿਹੜਾ ਜੀ ਪੰਜਾਬੀਆਂ ਤੋਂ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। 30 ਦੇ ਕਰੀਬ ਪੱਤਰਕਾਰ ਨੇ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਬੀ TV ਪੱਤਰਕਾਰੀ ਦਾ ਕੋਈ ਭਵਿੱਖ ਨਹੀਂਗਾ ਜੀ। ਅਸਲ ਸਹੀ ਪੁੱਛੋ ਤਾਂ ਪੰਜਾਬੀ ਪੱਤਰਕਾਰੀ ਦੇ ਭਵਿੱਖ ਦੇ ਉੱਤੇ ਸਵਾਲੀਆ ਚਿੰਨ੍ਹ ਪੰਜਾਬ ਦੇ ਵਿੱਚ। ਜਿਹੜੀਆਂ ਅਖਬਾਰਾਂ ਨੇ ਜਿਹੜੇ ਉਹਨਾਂ ਨੇ ਪੱਤਰਕਾਰ ਲਾਏ ਹੋਏ ਨੇ, ਉਹ ਤਾਂ ਉਹ ਲੋਕ ਨੇ ਜੀ ਜਿਨ੍ਹਾਂ ਨੇ ਪੈਸੇ ਦੇ ਕੇ ਜਿਹੜੀਆਂ IDs ਲੈ ਲਈਆਂ। ਮੈਂ ਸਾਰੇ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਕਿ ਸਾਰੇ ਨਹੀਂ, ਬਹੁਤ ਸਾਰੇ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਧੜੱਲੇ ਦੇ ਨਾਲ ਲੜ ਰਹੇ ਨੇ, ਬੜੀ ਜੁਰਤ ਦੇ ਨਾਲ ਲੜ ਰਹੇ ਨੇ, ਔਰ ਕੁਆਲੀਫਾਈ ਵੀ ਨੇ, ਉਹ ਕੁਆਲੀਫਾਈ ਵੀ ਕਰਦੇ ਨੇ
ਨੇ ਆਪਣੀ ਜੌਬਸ ਦੇ ਵਾਸਤੇ ਵੀ ਪੜ੍ਹੇ ਲਿਖੇ ਨੇ, ਪਰ ਜਿਹੜੇ ਕੁਛ ਇੱਕ ਫਲਾਇਰ ਨੁਮਾ ਅਖਬਾਰ ਨੇ ਜੀ, ਜਲੰਧਰੋਂ ਛਪਣ ਵਾਲਾ ਇੱਕ ਇਹੋ ਜਿਹਾ ਹੈਗਾ, ਇਹਨਾਂ ਨੇ ਤਾਂ ਸਾਰਿਆਂ ਨੇ 50,000 ਰੁਪਇਆ 45,000 ਰੁਪਇਆ ਲੈ ਕੇ ਆਈਡੀਜ਼ ਜਿਹੜੀਆਂ ਬਣਾ ਕੇ ਦਿੱਤੀਆਂ ਹੋਈਆਂ ਨੇ। ਇੱਕ ਸ਼ਹਿਰ ਦੇ ਵਿੱਚ 15 20 ਇਹਨਾਂ ਦੇ ਪੱਤਰਕਾਰ ਤੁਰੇ ਫਿਰਦੇ ਨੇ ਜੀ। ਕਿਸੇ ਨੂੰ ਨਿਊਜ਼ ਬਣਾਉਣੀ ਨਹੀਂ ਆਉਂਦੀ, ਕਿਸੇ ਨੂੰ ਸਟੋਰੀ ਜਿਹੜੀ ਆ ਉਹ ਡਿਕ ਕਰਨੀ ਨਹੀਂ ਆਉਂਦੀ। ਜਿਹੜੇ ਬੱਚੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਡਿਗਰੀਆਂ ਲੈ ਰਹੇ ਨੇ, ਜਿਹੜੇ ਜਰਨਲਿਜ਼ਮ ਕਰ ਰਹੇ ਨੇ, ਉਹਨਾਂ ਦੇ ਵਾਸਤੇ ਤਾਂ ਸਵਾਲੀਆ ਚਿੰਨ੍ਹ ਹੈ। ਪਿਛਲੇ ਦਿਨੀ ਇੱਥੇ ਬਰਨਾਲੇ ਦੇ ਵਿੱਚ SD ਕਾਲਜ ਹੈ ਜੀ, ਉੱਥੇ ਜਿਹੜਾ ਪ੍ਰੈਸ ਦਿਵਸ ਸੀਗਾ ਉਸ ਦਿਨ ਮੈਂ ਉੱਥੇ ਲੈਕਚਰ ਸੀਗਾ ਜੀ, ਗੱਲ ਕੀਤੀ। ਜਿਹੜੇ ਬੱਚੇ ਨੇ ਖਾਸ ਤੌਰ ਤੇ ਜਿਹੜੇ ਲੜਕੀਆਂ ਜੀ, ਉਹਨਾਂ ਦਾ ਸਵਾਲ ਇਹੀ ਸੀਗਾ ਸਭ ਤੋਂ ਵੱਡਾ ਕਿ ਅਸੀਂ ਡਿਗਰੀਆਂ ਤਾਂ ਕਰ ਲਾਂਗੇ, ਪਰ ਜਿਹੜੀਆਂ ਅਖਬਾਰਾਂ ਨੇ, ਟੈਲੀਵਿਜ਼ਨ ਚੈਨਲ ਨੇ, ਉਹਨਾਂ ਦੇ ਵਿੱਚ ਸਾਡੀ ਜਗ੍ਹਾ ਹੀ ਹੈ ਨਹੀਂ ਜੀ। ਉੱਥੇ ਤਾਂ ਜਿਹੜੇ ਸਿਫਾਰਿਸ਼ਾਂ ਵਾਲੇ ਜਾਂ ਜਿਹੜੇ ਪੈਸੇ ਵਾਲੇ ਨੇ ਉਹ ਫਿੱਟ ਹੋ ਜਾਂਦੇ ਨੇ, ਜਿਨ੍ਹਾਂ ਦਾ ਪੱਤਰਕਾਰੀ ਦੇ ਨਾਲ ਦੂਰ ਨੇੜ ਦਾ ਵੀ ਕੋਈ ਵਾਹ ਵਾਸਤਾ ਜਿਹੜਾ ਜੀ ਉਹ ਨਹੀਂ ਹੈਗਾ। ਇਹਨਾਂ ਹੈ ਕਿ ਕੁਛ ਇੱਕ ਜਿਹੜੇ ਸਿਆਸੀ ਲੋਕ ਨੇ ਉਹ ਵੀ ਹੁਣ ਇਹਦੇ ਵਿੱਚ ਆਏ ਨੇ ਜੀ, ਜਿਹੜੇ ਪੱਤਰਕਾਰ ਜਿਨ੍ਹਾਂ ਨੇ ਸੰਘਰਸ਼ ਵਿੱਢਿਆ ਔਰ ਉਹਨਾਂ ਨੇ ਹਮਾਇਤ ਜਿਹੜੀ ਹੈ ਇਸ ਸੰਘਰਸ਼ ਦੀ ਕੀਤੀ ਹੈ। ਆਈ ਥਿੰਕ ਇਹ ਮੁੱਦਾ ਜਿਹੜਾ ਜੀ ਭਖਣਾ ਚਾਹੀਦਾ ਜੀ, ਕਿਸੇ ਰੂਪ ਦੇ ਵਿੱਚ ਭਖਣਾ ਚਾਹੀਦਾ ਕਿ ਕੇਬਲ ਮਾਫੀਆ ਜਿਹੜਾ ਜੀ ਬਹੁਤ ਹੋ ਗਿਆ ਇਹਦੇ ਵੱਲੋਂ। ਇਸੇ ਕਰਕੇ ਪੰਜਾਬ ਦੀ ਕੋਈ ਜਿਹੜੀ ਖਬਰ ਹੈ ਜੀ ਨਾ ਕਿਸੇ ਨੈਸ਼ਨਲ ਚੈਨਲ ਦੇ ਉੱਤੇ ਆ ਰਹੀ ਹੈ, ਪੰਜਾਬ ਵਾਲੇ ਨੇ ਤਾਂ ਕਿਸੇ ਨੇ ਦੇਣੀ ਕੀ ਹੈ ਜੀ। ਪੰਜਾਬ ਦੇ ਵਿੱਚ ਤਾਂ ਰਾਜ ਹੀ ਉਹਨਾਂ ਦਾ ਆਲ ਐਂਡ ਆਲ ਹੈ ਨਾ ਜੀ। PTC ਜੋ ਚਾਹੁੰਦਾ ਉਹ ਬਾਦਲ ਸਵੇਰ ਤੋਂ ਲੈ ਕੇ ਰਾਤ ਤੱਕ ਕੂਕੀ ਜਾਂਦਾ ਜੀ। ਸੋ ਜੇ ਕੋਈ ਨੈਸ਼ਨਲ ਚੈਨਲ ਖਬਰ ਚੁੱਕਦਾ ਤੇ ਉਹਦਾ ਘੋੜਾ ਜਿਹੜਾ ਜੀ ਲੁਧਿਆਣੇ ਤੋਂ ਚੱਕ ਦਿੱਤਾ ਜਾਂਦਾ ਜੀ। ਜਿੰਨੀ ਦੇਰ ਤੱਕ ਉਹ ਰਿਪੋਰਟ ਆਉਂਦੀ ਹੈ ਉਨੀ ਦੇਰ ਤੱਕ ਉਹ ਚੈਨਲ ਗਾਇਬ ਹੋ ਜਾਂਦਾ ਜੀ। ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਿਊਮਨ ਰਾਈਟ ਕਮਿਸ਼ਨ ਆ, ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਨਸ਼ਿਆਂ ਦੀ ਸਥਿਤੀ ਬਣੀ ਪਈ ਹੈ ਉਸ ਦੇ ਉੱਤੇ ਕਾਫੀ ਗੰਭੀਰਤਾ ਜਿਹੜੀ ਆ ਉਹ ਪ੍ਰਗਟ ਕੀਤੀ ਆ। ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਵੀ ਨਸ਼ੇੜੀਆਂ ਨੂੰ ਫੜਨ ਦੇ ਨਾਲ ਉਹ ਸਮਗਲਰਾਂ ਦੇ ਪਿੱਛੇ ਜ਼ਿਆਦਾ ਜਾਣਾ ਚਾਹੀਦਾ। ਬੜੀ ਦੇਰ ਬਾਅਦ ਜਿਹੜਾ ਜੀ ਉਹ ਚੇਤਾ ਆਇਆ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੂੰ। ਛੋਟੀ ਛੋਟੀ ਗੱਲ ਦੇ ਉੱਤੇ ਨੋਟਿਸ ਲੈਣ ਦੀ ਜਿਹੜਾ ਭੱਜਦਾ ਜੀ। ਪੰਜਾਬ ਜਦੋਂ ਤਬਾਹੀ ਹੋ ਗਿਆ, ਤਬਾਹੀ ਦੇ ਕੰਢੇ ਦੇ ਉੱਤੇ ਬਹੁਤਾ ਜਿਹੜਾ ਜੀ ਉਹ ਖੜਾ। ਹੁਣ ਪੰਜਾਬ ਜਿਹੜਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਆ, ਪੰਜਾਬ ਨਹੀਂ ਸੌਰੀ ਮਾਫ ਕਰਨਾ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਤਾਂ ਐਵੇਂ ਚਿੱਟਾ ਹਾਥੀ ਬੰਨਿਆ ਹੋਇਆ ਜੀ, ਨਾ ਉਹ ਕੁਛ ਕਰੇ ਨਾ ਉਹ ਕਿਸੇ ਗੱਲ ਦੇ ਉੱਤੇ ਕੁਛ ਕਰੇ। ਇਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਆ ਜੀ, ਨੈਸ਼ਨਲ ਜਿਹੜਾ। ਉਹਨੇ ਇਹ ਗੱਲ ਕਹੀ ਹੈ, ਇਹਦੇ ਜਸਟਿਸ KG ਬਾਲਾ ਕ੍ਰਿਸ਼ਨਨ ਜਿਹੜੇ ਨੇ ਉਹ ਇੱਥੇ ਚੰਡੀਗੜ੍ਹ ਦੇ ਵਿੱਚ ਆਏ ਸਨ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਨੂੰ ਨਸ਼ੇੜੀਆਂ ਦੀ ਥਾਂ ਦੇ ਉੱਤੇ ਨਸ਼ੇ ਦੇ ਤਸਕਰਾਂ ਨੂੰ ਫੜਨ ਦੇ ਵਾਸਤੇ ਉਹਨੇ ਕਿਹਾ ਜੀ। ਕਮਿਸ਼ਨ ਨੇ ਕਿਹਾ ਕਿ ਨਸ਼ੇ ਦੇ ਦਰਿਆ ਨੂੰ ਰੋਕਣ ਦੇ ਵਾਸਤੇ ਇਸ ਵੇਲੇ ਗੰਭੀਰ ਯਤਨ ਕਰਨ ਦੀ ਲੋੜ ਹੈ। ਨਸ਼ੇ ਦੀ ਸਪਲਾਈ ਦੇ ਸਰੋਤ ਪਹਿਲ ਦੇ ਆਧਾਰ ਦੇ ਉੱਤੇ ਬੰਦ ਜਿਹੜੇ ਨੇ ਉਹ ਕੀਤੇ ਜਾਣ। ਔਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦੇ ਕੇਸਾਂ ਬਾਰੇ ਜਾਣਕਾਰੀ ਲੈਣ ਦੇ ਵਾਸਤੇ ਸੰਮਨ ਜਿਹੜਾ ਉਹ ਕੀਤਾ ਸੀਗਾ। ਜਿਹੜੇ ਚੇਅਰਮੈਨ ਨੇ ਕਮਿਸ਼ਨ ਦੇ KG ਬਾਲਾ ਕ੍ਰਿਸ਼ਨਨ, ਉਹਨੇ ਇਹ ਗੱਲ ਆਖੀ ਹੈ ਜੀ ਕਿ ਜਿੰਨੇ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਲਟਕਦੇ ਕੇਸ ਨੇ ਉਹਨਾਂ ਦੇ ਨਿਬੇੜੇ ਦੇ ਵਾਸਤੇ 3 ਦਿਨਾਂ ਸੁਣਵਾਈ ਜਿਹੜੀ ਆ ਜੀ ਉਹ ਰੱਖੀ ਗਈ ਹੈ ਜੀ। ਜਿਹੜਾ ਮੁੱਖ ਸਕੱਤਰ ਸੀਗਾ ਜੀ ਉਹਨੇ ਕਮਿਸ਼ਨ ਨੂੰ ਦੱਸਿਆ ਕਿ ਚਾਲੂ ਸਾਲ ਦੇ ਦੌਰਾਨ ਰਾਜ ਦੇ ਵਿੱਚ 5 ਕੁਇੰਟਲ ਹੈਰੋਇਨ ਫੜੀ ਗਈ ਹੈ। NDPS ਐਕਟ 1300 ਕੇਸ ਜਿਹੜੇ ਉਹ ਦਰਜ ਕੀਤੇ ਗਏ ਨੇ। ਦੇਖੋ ਇਹ ਤਾਂ ਪੁਲਿਸ ਜਿਹੜੀ ਆ ਉਹ ਮੰਨਦੀ ਹੈ ਕਿ ਇਹ 5 ਜਾਂ 8% ਤੱਕ ਮੈਕਸੀਮਮ ਜਿਹੜੀ ਫੜੀ ਜਾਂਦੀ ਆ, ਬਾਕੀ ਤਾਂ ਸਾਰੀ ਨਿਕਲ ਜਾਂਦੀ ਹੈ। 13 ਜੇ ਇੰਨੀ ਜਿਹੜੀ ਆ 5 ਕੁਇੰਟਲ ਫੜੀ ਗਈ ਹੈ ਤੇ ਤੁਸੀਂ ਅੰਦਾਜ਼ਾ ਲਾਓ ਕਿੰਨੇ ਕੁਇੰਟਲ ਜਿਹੜੀ ਹੈ ਜੀ ਉਹ ਨਿਕਲ ਗਈ ਹੋਊਗੀ। ਜੇ ਕਮਿਸ਼ਨ ਜਿਹੜਾ ਜੀ ਕਮ ਸੇ ਕਮ, ਕਿਉਂਕਿ ਸਾਨੂੰ ਤਾਂ ਪੰਜਾਬ ਵਾਲਿਆਂ ਨੂੰ ਇਹ ਹੈ ਜੀ ਕਿ ਜਿਸ ਪਾਸੇ ਥੋੜਾ ਜਿਹਾ ਕੋਈ ਟਟਹਿਣਾ ਜਗਦਾ ਨਾ ਜੀ ਜੁਗਨੂ ਜਗਦਾ, ਅਸੀਂ ਉਧਰ ਨੂੰ ਦੇਖਣ ਲੱਗ ਜਾਂਦੇ ਕਿ ਇੱਥੋਂ ਥੋੜੀ ਜਿਹੀ ਆਸ ਹੈਗੀ ਹੈ ਕਿ ਇਹ ਜਿਹੜਾ ਜੀ ਕੁਝ ਬੋਲ ਸਕਦਾ, ਇਹ ਕੁਝ ਕਰ ਸਕਦਾ। ਸਰਕਾਰਾਂ ਤੋਂ ਤਾਂ ਕੋਈ ਆਸ ਹੀ ਨਹੀਂ। ਜਿਹੜੀਆਂ ਸਰਕਾਰਾਂ ਨੂੰ ਉਹ ਕਹਿ ਰਹੇ ਨੇ ਕਿ ਫੜੋ ਜੀ ਤਸਕਰਾਂ ਨੂੰ, ਉਹ ਇਹ ਨਹੀਂ ਦੱਸਦੇ ਜਾਂ ਇਹ ਨਹੀਂ ਪੜ੍ਹ ਰਹੇ ਕਿ ਕੱਲ ਦੀਆਂ ਤਾਂ ਖਬਰਾਂ ਨੇ ਇਹਦੇ ਅਕਾਲੀ ਦਲ ਦੇ ਇੱਕ ਜਿਹੜਾ ਸਕੱਤਰ ਹੈ ਉਹਨੂੰ 12 ਸਾਲ ਦੀ ਸਜ਼ਾ ਹੋਈ ਹੈ 22 ਕਿਲੋ ਹੈਰੋਇਨ ਵਾਲੇ ਮਾਮਲੇ ਦੇ ਵਿੱਚ। ਇੱਕ ਜਿਹੜਾ ਅੰਮ੍ਰਿਤਸਰ ਦੇ ਵਿੱਚ ਫੜਿਆ ਗਿਆ ਰਣਜੀਤ ਸਿੰਘ, ਉਹ ਇੱਕ ਜਿਹੜਾ ਜੀ ਕੈਬਨਿਟ ਮੰਤਰੀ ਹੈ, ਉਹਦਾ ਨੇੜਲਾ ਕੈਬਨਿਟ ਮੰਤਰੀ ਦਾ PA ਜਿਹੜਾ ਜੀ ਉਹ ਪੂਰਾ ਅੱਡੀ ਚੋਟੀ ਤੱਕ ਜ਼ੋਰ ਲਾਉਂਦਾ ਰਿਹਾ ਲਾਸਟ ਮਿੰਟ ਤੱਕ ਕਿ ਉਹਦੇ ਉੱਤੇ ਪਰਚਾ ਦਰਜ ਨਾ ਹੋਵੇ। ਇਹ ਕਿਵੇਂ ਫੜ ਲੈਣਗੇ ਉਹਨਾਂ ਨੂੰ ਜੀ? ਬਿਲਕੁਲ, ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਆਪਾਂ ਨੂੰ ਹੁਣੇ ਇਸੇ ਗੱਲ ਦੇ ਬਾਰੇ ਆਪਾਂ ਗੱਲ ਵੀ ਕਰ ਰਹੇ ਵੀ ਮਜੀਠੀਆ ਹੁਣਾਂ ਨੂੰ ਜਿਹੜੇ ED ਆ ਉਹ ਬੁਲਾਉਣ ਦੇ ਹੱਕ ਦੇ ਵਿੱਚ ਵੀ ਆ ਤੇ ਅਗੇਂਸਟ ਵੀ ਆ। ਸੋ ਉਹਨਾਂ ਦੀ ਆਪਸ 'ਚ ਹੀ ਜਿਹੜੀ ਰਾਏ ਆ ਉਹ ਨਹੀਂ ਮਿਲ ਰਹੀ। ਸੋ ਕਿੱਦਾਂ ਫੜ ਸਕਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਰਵਿੰਦ ਕੇਜਰੀਵਾਲ, ਉਹਨਾਂ ਨੇ ਜਿਹੜਾ ਜੀ ਡਿਨਰ ਰੱਖਿਆ ਤੇ ਉਸ ਦੇ ਨਾਲ 91 ਲੱਖ ਰੁਪਈਏ ਆ ਉਹ ਵੀ ਕਹਿ ਲਓ ਜੀ ਇਕੱਠੇ ਕੀਤੇ ਇਸ ਦੇ ਨਾਲ।
ਇਹ ਬੇਸ਼ੱਕ ਇੱਥੋਂ ਦੇ ਵਿੱਚ ਇਸ ਮੁਲਕ ਦੇ ਵਾਸਤੇ ਇੱਕ ਨਵੀਂ ਚੀਜ਼ ਹੈ ਜੀ, ਡਿਨਰ ਤੋਂ ਜਿਹੜੇ ਪੈਸੇ ਜਿਤਾਉਣੇ। ਬਾਹਰਲੇ ਮੁਲਕਾਂ ਦੇ ਵਿੱਚ ਤਾਂ ਪਾਰਟੀਆਂ ਜਿਹੜੀਆਂ ਏਦਾਂ ਹੀ ਚੱਲਦੀਆਂ ਨੇ, ਇੱਥੇ ਪਾਰਟੀਆਂ ਚੱਲਦੀਆਂ ਨੇ ਜੀ 2 ਨੰਬਰ ਦੀ ਕਮਾਈ ਦੇ ਨਾਲ। ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹ ਪੈਸਾ ਦਿੰਦੇ ਨੇ ਤੇ ਮੁੜ ਕੇ ਪੈਸਾ ਕਮਾਉਂਦੇ ਨੇ। ਇਹ ਇੱਕ ਨਿਵੇਕਲੀ ਔਰ ਵਧੀਆ ਕੋਸ਼ਿਸ਼ ਜਿਹੜੀ ਆ ਜੀ ਉਹ ਹੈਗੀ ਆ, ਜਿਹੜਾ ਅਫੋਰਡ ਕਰਦਾ ਉਹ ਪਾਰਟੀ ਦੀ ਮਦਦ ਜਿਹੜੀ ਉਹ ਕਰੇ। ਤੇ ਡਿਨਰ ਜਿਹੜਾ ਜੀ ਇਸ ਤਰੀਕੇ ਦੇ ਨਾਲ ਅੱਜ ਬੇਸ਼ੱਕ ਜਿਹੜੇ ਕਾਂਗਰਸੀ ਨੇ ਜਾਂ ਬੀਜੇਪੀ ਵਾਲੇ ਨੇ ਉਹ ਇਸ ਗੱਲ ਦੀ ਰੌਲਾ ਤਾਂ ਪਾ ਰਹੇ ਨੇ ਕਿ ਇਹ ਤਾਂ ਜੀ ਆਮ ਲੋਕਾਂ ਦੀ ਪਾਰਟੀ ਤਾਂ ਖਾਸ ਬਣ ਗਈ, 20,000 ਰੁਪਈਆ ਜਿਹੜਾ ਪਰ ਪਲੇਟ ਦਾ ਇਹਨਾਂ ਨੇ ਕਿਉਂ ਰੱਖ ਲਿਆ ਆਮ ਆਦਮੀ ਪਾਰਟੀ ਨੇ। ਪਰ ਉਹ ਇਹ ਤਾਂ ਦੱਸਣ ਦੇ ਵਿੱਚ ਫੇਲ ਨੇ ਨਾ ਕਿ 20 ਕਰੋੜ ਰੁਪਈਆ ਉਹ ਕਿਵੇਂ ਲੈ ਲੈਂਦੇ ਨੇ ਅੰਡਰ ਦੀ ਟੇਬਲ। ਕਿਸੇ ਦਿਨ ਤੁਸੀਂ ਦੇਖਣਾ ਕਿ ਇਹ ਵੀ ਜਿਹੜੀਆਂ ਪਾਰਟੀਆਂ ਨੇ ਹੁਣ ਇਸੇ ਤਰੀਕੇ ਦੀ ਡਿਨਰ ਦੇ ਵਿੱਚ ਜਿਹੜੀ ਡਿਪਲੋਮੇਸੀ ਆ ਉਹਦੇ ਵਿੱਚ ਜਾਣਗੇ ਔਰ ਪੈਸੇ ਜਿਹੜੇ ਜਿਤਾਉਣਗੇ। ਇਹਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਨੇ ਕੀਤੀ ਹੈ। ਇਹ ਮੁੰਬਈ ਦੇ ਵਿੱਚ ਰੱਖਿਆ ਗਿਆ ਸੀਗਾ ਡਿਨਰ, 95 ਲੱਖ ਰੁਪਈਆ ਜਿਹੜਾ ਜੀ ਉਹ ਇਕੱਠਾ ਹੋਇਆ ਆਮ ਆਦਮੀ ਪਾਰਟੀ ਨੂੰ। ਔਰ ਇਹ ਦੱਸਿਆ ਗਿਆ ਹੈ ਕਿ ਇਹਦੇ ਵਿੱਚ ਜਿਹੜਾ ਜੀ ਅੱਗੋਂ ਇਹਨੂੰ ਬਾਕੀ ਥਾਵਾਂ ਦੇ ਉੱਤੇ ਜਿਹੜਾ ਕੀਤਾ ਜਾਊਗਾ। ਅਗਲੇ 2 ਮਹੀਨਿਆਂ ਦੇ ਵਿੱਚ 5 ਕਰੋੜ ਰੁਪਈਆ ਉਹ ਇਕੱਠਾ ਕਰਨ ਦਾ ਟੀਚਾ ਜਿਹੜਾ ਜੀ ਉਹ ਮਹਾਰਾਸ਼ਟਰ ਦੇ ਵਿੱਚ ਰੱਖਿਆ ਗਿਆ। ਔਰ ਇਹ ਆਖਿਆ ਗਿਆ ਜੀ ਕਿ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਜਿਹੜੀ ਆ ਡਿਨਰ ਤੋਂ ਪੈਸੇ ਜਿਹੜੇ ਆ ਵੱਖ-ਵੱਖ ਸਟੇਟ ਦੇ ਵਿੱਚ ਰੱਖ ਕੇ ਜਿਹੜਾ ਉਹ ਬਣਾਊਗੀ। ਸੋ ਇਹ ਜਿਹੜਾ ਡਿਨਰ ਸੀਗਾ ਜੀ ਇਹਦੇ ਵਿੱਚ ਬਾਲੀਵੁੱਡ ਦੇ ਕੁਝ ਡਾਇਰੈਕਟਰ ਜਿਹੜੇ ਸੀਗੇ ਜੀ ਉਹ ਵੀ ਆਏ, ਭਾਵ ਕਿ ਲੋਕ ਚੇਂਜ ਦੇ ਵਾਸਤੇ ਮਦਦ ਤਾਂ ਕਰਨਾ ਚਾਹੁੰਦੇ ਨੇ ਪਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ। ਜੀ ਬਿਲਕੁਲ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਇਲੈਕਸ਼ਨ ਹੋਣਗੀਆਂ ਸੋ ਉੱਥੇ ਜਿਹੜਾ ਇਸ ਚੀਜ਼ ਦਾ ਜ਼ਰੂਰ ਪਤਾ ਲੱਗੇਗਾ ਵੀ ਲੋਕ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਨੇ ਜਾਂ ਨਹੀਂ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਫਿਜ਼ਾ ਦੀਆਂ ਭੈਣਾਂ ਨੂੰ ਜਿਹੜੀ ਆ ਉਸ ਦੀ ਪ੍ਰਾਪਰਟੀ, ਜੁਐਲਰੀ, ਸਾਰਾ ਕੁਛ ਜਿਹੜਾ ਜੀ ਮਿਲ ਗਿਆ। ਇਹੀ ਰੌਲਾ ਸੀਗਾ ਜੀ, ਪਰਿਵਾਰ ਦੇ ਵਿੱਚੋਂ ਕਿਸੇ ਮੈਂਬਰ ਨੇ ਇਹ ਕੋਈ ਪਟੀਸ਼ਨ ਨਹੀਂ ਪਾਈ ਕਿ ਫਿਜ਼ਾ ਦੀ ਜਿਹੜੀ ਡੈਥ ਵਾਲੀ ਫਾਈਲ ਸੀ ਉਹ ਕਿਉਂ ਬੰਦ ਕਰ ਦਿੱਤੀ। ਉਹਦਾ ਕੁਝ ਵੀ ਨਿਕਲਿਆ ਕਿਉਂ ਨਹੀਂ ਜੀ, ਕਿਸੇ ਨੇ ਕੁਝ ਨਹੀਂ ਪਾਈ। ਹਾਂ, ਇਹ ਜ਼ਰੂਰ ਹੱਥ ਪੈਰ ਮਾਰਦੇ ਰਹੇ ਕਿ ਉਹਦੀ ਜਿਹੜੀ ਪ੍ਰਾਪਰਟੀ ਆ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ। ਉਹਦੇ ਜਿਹੜਾ ਹਰਿਆਣੇ ਦਾ ਸਾਬਕਾ ਮੁੱਖ ਮੰਤਰੀ ਚੰਦਰ ਮੋਹਨ ਉਰਫ ਚਾਂਦ ਮੁਹੰਮਦ ਦੀ ਪਤਨੀ ਜਿਹੜੀ ਜੀ ਸਾਬਕਾ ਅਨੁਰਾਧਾ ਬਾਲੀ ਉਰਫ ਫਿਜ਼ਾ, ਉਹਦੀ ਮੌਤ ਜਿਹੜੀ ਹੈ ਜੀ ਉਹ ਬੇਸ਼ੱਕ ਰਾਜ ਬਣ ਕੇ ਰਹਿ ਗਈ ਪਰ ਉਹਦੇ ਪਰਿਵਾਰ ਦੇ ਵਾਸਤੇ ਤਾਂ ਉਹ ਜਿਹੜੀ ਮੌਤ ਸੀ ਜੀ ਉਹ ਕਾਫੀ ਕੁਝ ਕਰ ਗਈ ਕਿਉਂਕਿ ਇਹ ਪ੍ਰਾਪਰਟੀ ਜਿਹੜੀ ਹੈ ਜੀ ਉਹਦੀਆਂ ਭੈਣਾਂ ਦੇ ਵਿੱਚ ਜਿਹੜੀ ਆ ਉਹ ਵੰਡੀ ਜਾਊਗੀ। ਇਹਦੇ ਸੰਬੰਧੀ ਹੁਣ ਅਦਾਲਤ ਨੇ ਫੈਸਲਾ ਜਿਹੜਾ ਜੀ ਉਹ ਦੇ ਦਿੱਤਾ। ਜ਼ੀਰਕਪੁਰ ਦੇ ਵਿੱਚ ਰਹਿੰਦੀ ਉਹਦੀ ਭੈਣ ਮੋਨਿਕਾ ਨੇ ਮੁਕੱਦਮਾ ਜਿਹੜਾ ਦਾਇਰ ਕੀਤਾ ਸੀਗਾ। ਫਿਜ਼ਾ ਦੀਆਂ 2 ਕਾਰਾਂ, ਸੈਕਟਰ 46 ਦੇ ਵਿੱਚ ਇੱਕ ਬਹੁਤ ਵੱਡੀ ਕੋਠੀ, ਕਰੋੜਾਂ ਰੁਪਈਏ ਦੇ ਗਹਿਣੇ, ਜਿਊਲਰੀ ਜਿਹੜੀ ਸ਼ਾਮਲ ਹੈ, ਜਿਹੜੇ ਲੋਕਰਾਂ ਦੇ ਵਿੱਚ ਪੈਸੇ ਸੀਗੇ ਉਹ ਵੀ ਸ਼ਾਮਲ ਨੇ। 3 ਭੈਣਾਂ ਨੇ ਜੀ ਇਹਦੀਆਂ ਫਿਜ਼ਾ ਦੀਆਂ, ਜਿਨ੍ਹਾਂ ਦੇ ਵਿੱਚ ਇਹ ਬਰਾਬਰ ਦੇ ਵਿੱਚ ਜਿਹੜੀ ਉਹ ਵੰਡੀ ਜਾਊਗੀ। ਇਹ ਤਾਂ ਇੱਕ ਜ਼ੀਰਕਪੁਰ ਦੇ ਵਿੱਚ ਰਹਿੰਦੀ ਹੈ ਜੀ, ਇੱਕ ਬਿਹਾਰ ਦੇ ਵਿੱਚ ਰਹਿੰਦੀ ਹੈ, ਇੱਕ ਜਿਹੜੀ ਹੈ ਜੀ ਉਹ ਮਾਰੀਸ਼ਸ ਦੇ ਵਿੱਚ ਰਹਿੰਦੀ ਹੈ ਜੀ। ਹੁਣ ਮੋਨਿਕਾ, ਅੰਜਲੀ ਤੇ ਅਦਿਤੀ ਜਿਹੜੀ ਹੈ ਜੀ ਇਹਨਾਂ ਨੂੰ ਵਾਰਸ ਐਲਾਨ ਦਿੱਤਾ। ਲੋਕਰ ਜਿਹੜੇ ਪਹਿਲਾਂ ਸੀਜ਼ ਕੀਤੇ ਹੋਏ ਨੇ ਜੀ ਪੁਲਿਸ ਨੇ ਉਹ ਹੁਣ ਇਹਨਾਂ ਨੂੰ ਮਿਲ ਜਾਣਗੇ। ਜਿਹੜੀ ਮਹਿਲਨੁਮਾ ਕੋਠੀ ਹੈ ਉਹ ਵੀ ਮਿਲ ਜੂਗੀ, ਕਾਰਾਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਇਹਨਾਂ ਨੂੰ ਮਿਲ ਜਾਣਗੀਆਂ। ਕਿਹਨੇ ਯਾਦ ਕਰਨਾ ਕਿ ਕੋਈ ਫਿਜ਼ਾ ਸੀ ਤੇ ਉਹਦੀ ਮੌਤ ਦੀ ਫਾਈਲ ਚੁੱਪ ਕੀਤਿਆਂ ਬੰਦ ਕਰ ਦਿੱਤੀ ਗਈ ਸੀ। ਜੀ ਬਿਲਕੁਲ ਜੀ। ਮਤਲਬ ਵੀ ਜਿਹੜੀ ਜੀ ਹੋ ਗਈ ਦੁਨੀਆ ਸੋ ਆਪਣੇ ਕਹਿਣ ਨੂੰ ਆਪਣੇ ਆ ਪਰ ਐਕਚੁਅਲ 'ਚ ਆਪਣੇ ਨਹੀਂ, ਸਿਰਫ ਤੇ ਸਿਰਫ ਪੈਸੇ ਨਾਲ ਸੰਬੰਧ ਰਹਿ ਗਿਆ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਕਾਸ਼ ਬਾਦਲ ਹੁਣਾਂ ਨੇ ਕਿਹਾ ਵੀ ਜਿਹੜੀ FCI ਆ ਉਸ ਦਾ ਮੁੜ ਕੇ ਪੁਨਰ ਗਠਨ ਹੋਣਾ ਚਾਹੀਦਾ। ਕੀ ਭਲਾਈ ਹੱਥ ਜਿਹੜੇ ਨੇ ਜੀ ਉਹ ਮਾਰ ਰਹੇ ਨੇ, ਜਿਹੜੇ ਮੁੱਦੇ ਨੇ ਉਹਨਾਂ ਤੋਂ ਪਾਸੇ ਹੋ ਕੇ ਜਿਹੜਾ ਜੀ ਉਹ ਕਰ ਰਹੇ ਨੇ। FCI ਜਿਹੜੀ ਹੈ ਜੀ ਉਹਨਾਂ ਨੇ ਕਿਹਾ ਕਿ ਇਹਦਾ ਪੁਨਰ ਗਠਨ ਹੋਣਾ ਚਾਹੀਦਾ। ਹੁਣ ਦੱਸਣ ਜੀ ਕਿ ਜਿਹੜੇ FCI ਨੇ ਝੋਨਾ ਖਰੀਦਿਆ ਉਹ ਪੈਸੇ ਕਿਉਂ ਨਹੀਂ ਸੈਂਟਰ ਤੋਂ ਮਿਲ ਰਹੇ ਜੀ, ਉਹ ਕਿਉਂ ਜਿਹੜੇ ਜੀ ਉਹ ਰੋਕੇ ਹੋਏ ਨੇ। ਪੁਨਰ ਗਠਨ ਜੇ ਮੰਨ ਲਓ FCI ਦਾ, ਫੂਡ ਕਾਰਪੋਰੇਸ਼ਨ ਇੰਡੀਆ ਦਾ ਜਿਹੜਾ ਤੁਸੀਂ ਕਰ ਲਓਗੇ, ਫਿਰ ਉਹਦੇ ਵਿੱਚ ਪੁਨਰ ਗਠਨ ਦੇ ਨਾਲ ਕੀ ਹੋਊਗਾ ਜੀ, ਨਵਾਂ ਨਾਂ ਰੱਖ ਦੇਣ ਦੇ ਨਾਲ ਉਹਦਾ ਕੁਝ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਜਾਣਗੀਆਂ ਜੀ। ਇਹ ਆਖਿਆ ਗਿਆ ਜੀ ਕਿ ਜਿਹੜੀ ਅਨਾਜ ਦੀ ਬਿਨਾਂ ਅੜਚਨ ਦੀ ਜਿਹੜੀ ਖਰੀਦ ਹੈ ਉਹਨੂੰ ਯਕੀਨੀ ਬਣਾਇਆ ਜਾਵੇ। ਜਿਹੜੀ ਸਿਉਂਕ ਹੈ ਉਹ ਤਾਂ ਜੜ੍ਹਾਂ ਦੇ ਵਿੱਚ ਲੱਗੀ ਹੋਈ ਹੈ ਨਾ ਜੀ। ਬਾਦਲ ਸਾਹਿਬ ਜਿਹੜੇ ਨੇ ਉਹ ਟਾਹਣੀਆਂ ਦੇ ਉੱਤੇ ਸਪਰੇਅ ਕਰੀ ਜਾਂਦੇ ਨੇ। ਜਿਹੜਾ ਇੰਸਪੈਕਟਰ ਨੇ ਅਸਲ ਦੇ ਵਿੱਚ ਸਮੱਸਿਆ ਉਹ ਨੇ, ਪੰਜਾਬ ਸਰਕਾਰ ਤੋਂ ਕੰਟਰੋਲ ਕਿਉਂ ਨਹੀਂ ਹੁੰਦੇ ਉਹ ਜੀ, ਬਾਰਦਾਨਾ ਜਿਹੜਾ ਦੇਣ ਵਾਲੇ ਉਹ ਕੰਟਰੋਲ ਕਿਉਂ ਨਹੀਂ ਹੁੰਦੇ, ਆੜ੍ਹਤੀਏ ਕਿਉਂ ਨਹੀਂ ਕੰਟਰੋਲ ਹੁੰਦੇ? ਕਿਉਂਕਿ ਪੈਸੇ ਜਿਹੜੇ ਨੇ ਇੱਥੇ ਕਰਪਸ਼ਨ ਤਾਂ ਪੰਜਾਬ ਦੇ ਵਿੱਚ ਹੈ।
ਕਰਪਸ਼ਨ ਇਦਾਂ ਦੀ ਹੈ ਕਿ ਉਹ ਕੀ ਕਰਦੇ ਨੇ, ਏਜੰਸੀਆਂ ਵਾਲਿਆਂ ਨੂੰ ਪੈਸੇ ਚੜਾਉਂਦੇ ਨੇ ਆੜਤੀਏ ਕਿ ਤੁਸੀਂ ਗਾਇਬ ਹੋ ਜਾਓ ਮੰਡੀਆਂ ਚੋਂ, ਸਾਨੂੰ ਲੁੱਟ ਲੈਣ ਦਿਓ ਪਹਿਲਾਂ ਜ਼ਿਮੀਂਦਾਰਾਂ ਨੂੰ, ਉਹ ਲੁੱਟਦੇ ਨੇ ਜੀ। ਔਰ ਲੁੱਟ ਕੇ ਫਿਰ ਜੀ ਉਹ ਆਪਣੇ ਘਰ ਭਰਦੇ ਨੇ, ਕਿਉਂਕਿ ਅੱਗੋਂ ਆੜਤੀਆਂ ਦੇ ਫੰਡ ਦੇਣੇ ਹੁੰਦੇ ਨੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ। ਇਹ ਜਿਹੜੇ ਲੁੱਟ ਜਿਹੜੀ ਜ਼ਿਮੀਂਦਾਰਾਂ ਦੀ ਆ ਇਹ ਸੂਬੇ ਦੇ ਵਿੱਚ ਹੋ ਰਹੀ ਆ। ਹਾਂ, ਕਿਉਂਕਿ ਸਾਰੇ ਹੀ ਕਰਪਟ ਨੇ ਜੀ। ਉੱਤੋਂ ਵਾਲੇ ਇੰਸਪੈਕਟਰ ਜਿਹੜੇ ਉਹ ਕਿਹੜਾ ਖਰੀਦੇ ਨਹੀਂ ਜਾ ਸਕਦੇ। ਜੇ ਇੱਥੇ ਜਿੰਦਾ ਕੁੰਡਾ ਤਕੜਾ ਹੋਵੇ, ਦਬਕਾ ਜਿਹੜਾ ਵੱਜਿਆ ਹੋਇਆ ਹੋਵੇ ਆੜਤੀਆਂ ਨੂੰ ਵੀ, ਕਿ ਆੜਤੀਆਂ ਨੂੰ ਹੁਣ ਦਬਕਾ ਮਾਰੂ ਕਿਹੜਾ, ਇਸ ਕਰਕੇ ਕਿ ਇਹਨਾਂ ਨੇ ਫੰਡ ਨਹੀਂ ਲੈਣੇ ਜੀ ਜਿਹੜੇ ਜਦੋਂ ਚੋਣਾਂ ਦੇ ਮੌਕੇ ਜਾਂ ਉਂਝ ਜਿਹੜੇ ਬਹੁਤੇ ਆੜਤੀਏ ਜਿਹੜੇ ਨੇ ਉਹ ਤਾਂ ਅਕਾਲੀ ਦਲ ਦੇ ਵਿੱਚ ਸ਼ਾਮਲ ਕਰ ਲਏ ਹੋਏ ਨੇ ਇਹਨਾਂ ਨੇ। ਇਸ ਕਰਕੇ FBI ਦੇ ਪੁਨਰਗਠਨ ਦੇ ਨਾਲ ਕੀ ਹੋਊਗਾ ਜੀ? ਕਰਪਸ਼ਨ ਤਾਂ ਇੱਥੇ ਮੰਡੀਆਂ ਦੇ ਵਿੱਚ ਹੈ ਜੀ। ਅਤੇ ਕਰਪਸ਼ਨ ਦੀ ਗੱਲ ਕਰਦੇ, ਨੋਇਡਾ ਦਾ ਇੱਕ ਡਿਵੈਲਪਮੈਂਟ ਅਥਾਰਟੀ ਦਾ ਜਿਹੜਾ ਚੀਫ ਇੰਜੀਨੀਅਰ ਆ ਯਾਦਵ ਸਿੰਘ ਆ, 1000 ਕਰੋੜ ਤੋਂ ਵੀ ਵੱਧ ਜਿਹੜੀ ਜਾਇਦਾਦ ਉਸ ਦੀ ਨਿਕਲੀ ਆ, ਜਿਹੜਾ ਕੱਲ ਉਹਦੇ ਘਰੀ ਛਾਪਾ ਪਿਆ ਵੀ। ਬਹੁਤ ਸਾਰੇ ਥਾਵਾਂ ਦੇ ਉੱਤੇ ਉਹਦੇ ਘਰ ਦੇ ਛਾਪੇ ਜਿਹੜੇ ਮਾਰੇ ਗਏ ਨੇ। ਆਪਣੀ ਕੰਪਨੀ ਦੇ ਨਾਂ ਦੇ ਉੱਤੇ ਬਹੁਤਾ ਉਹ ਕੰਮ ਕਰਦਾ ਸੀਗਾ। 10 ਕਰੋੜ ਰੁਪਈਆ ਤਾਂ ਉਹਦੀ ਗੱਡੀ ਦੇ ਵਿੱਚੋਂ ਹੀ ਮਿਲਿਆ ਜੀ। 10 ਕਰੋੜ ਔਰ ਕੁਇੰਟਲ ਦੇ ਕਰੀਬ ਜਿਹੜੇ ਗਹਿਣੇ ਸੀਗੇ ਉਹ ਬਰਾਮਦ ਕੀਤੇ ਗਏ ਨੇ। ਜਿਹੜੀ ਉਹਦੀ ਸਾਰੀ ਉਹਦੇ ਜਿਹੜੀ ਜਾਇਦਾਦ ਹੈ ਜਾਂ ਉਹਦੇ ਘਰ ਦੇ ਮੈਂਬਰਾਂ ਦੇ ਨਾਂ ਸਾਰੀ ਮਿਲਾ ਕੇ 1000 ਕਰੋੜ ਰੁਪਈਏ ਦੀ ਜਿਹੜੀ ਹੈ ਜੀ ਉਹ ਦੱਸੀ ਦੀ ਹੈ। ਇੱਕ ਚੀਫ ਇੰਜੀਨੀਅਰ ਜਿਹੜਾ ਉਹ 1000 ਕਰੋੜ ਰੁਪਈਏ ਦੀ ਜਾਇਦਾਦ ਜਿਹੜੀ ਹੈ ਉਹ ਬਣਾਈ ਫਿਰਦਾ। ਇਹ ਸਵੱਛ ਭਾਰਤ ਦੀਆਂ ਸਵੱਛ ਨਿਸ਼ਾਨੀਆਂ ਨੇ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਸਵੱਛ ਭਾਰਤ ਨੂੰ ਲਿਆਉਣ ਵਾਲੇ ਨਰਿੰਦਰ ਮੋਦੀ, ਉਹਨਾਂ ਦੀ ਜੰਮੂ ਕਸ਼ਮੀਰ ਦੇ ਵਿੱਚ ਜਾ ਰਹੇ ਨੇ। ਜਦ ਇਲੈਕਸ਼ਨ ਦਾ ਵੇਲਾ ਸੀ ਉਦੋਂ ਕਹਿੰਦੇ ਸੀ ਵੀ ਜੇ ਕਿਸੇ ਪਾਕਿਸਤਾਨੀ ਨੇ ਜਿਹੜੇ ਜੀ ਫੌਜੀ ਦਾ ਜਿੱਦਾਂ ਜੇ ਸਿਰ ਕਲਮ ਕੀਤਾ ਤਾਂ 10 ਉੱਧਰੋਂ ਲੈ ਕੇ ਆਉਣਗੇ। ਹੁਣ ਉੱਥੇ ਗਏ ਨੇ ਤੇ 3 ਪੰਜਾਬੀ ਫੌਜੀ ਉਹਨਾਂ ਦੀ ਪਿਛਲੇ ਦਿਨੀ ਗੋਲੀਬਾਰੀ ਦੇ ਵਿੱਚ ਜਿਹੜੀ ਆ ਉਹ ਹਲਾਕ ਹੋਏ ਨੇ, ਉਹਨਾਂ ਦੀ ਮੌਤ ਹੋਈ ਆ, ਪਰ ਉਹਨਾਂ ਦੇ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ। ਬਿਲਕੁਲ ਜੀ। ਇਹ ਇੱਕ ਤਾਂ ਜਲੰਧਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਸੰਧੀ, ਇੱਕ ਜਗਸੀਰ ਸਿੰਘ ਸੀਗਾ ਜਿਹੜਾ ਮਾਨਸਾ ਦਾ, ਜਿਹੜੇ 3 ਜਿਨ੍ਹਾਂ ਦੀ ਡੈਥ ਹੋਈ ਹੈ ਜੀ ਉਹਦੇ ਵਿੱਚ ਇਹ ਸ਼ਾਮਲ ਨੇ। ਅੱਤਵਾਦੀਆਂ ਨੇ ਹਮਲਾ ਜਿਹੜਾ ਸੀਗਾ ਉਹ ਕਰ ਦਿੱਤਾ ਸੀਗਾ। ਕਾਰ ਦੀ ਇਹ ਚੈਕਿੰਗ ਕਰ ਰਹੇ ਸਨ, ਅੰਦਰੋਂ ਜਿਹੜੀਆਂ ਜੀ ਗੋਲੀਆਂ ਉਸੇ ਵੇਲੇ ਕਾਰ ਦੇ ਅੰਦਰੋਂ ਚਲਾਈਆਂ ਗਈਆਂ। ਨਰਿੰਦਰ ਮੋਦੀ ਹੋਰਾਂ ਨੇ ਕੱਲ ਜਿਹੜਾ ਜੀ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਕੁਛ ਬੋਲਿਆ ਕਿ ਮੈਂ ਇੱਥੇ ਹੁਣ ਤੱਕ ਦੇਣ ਹੀ ਦੇਣ ਆਇਆ, ਹਰ ਮਹੀਨੇ ਆਇਆ, ਗਾਹ ਵੀ ਆਊਂਗਾ, ਦੀਵਾਲੀ ਵੀ ਮਨਾਈ, ਲੋਹੜੀ ਵੀ ਮਨਾਈ, ਕਈ ਕੁਛ ਬੋਲ ਗਏ ਕਿ ਹੁਣ ਮੈਂ ਤੁਹਾਡੇ ਕੋਲੋਂ ਕੁਛ ਲੈਣ ਆਇਆ, ਵੋਟਾਂ ਜਿਹੜੀਆਂ ਜੀ ਉਹ ਲੈਣ ਆਇਆ। ਇਹ ਵੀ ਕਹਿਤਾ ਜੀ ਕਿ ਲੋਕਤੰਤਰ ਦੇ ਅੱਗੇ ਜਿਹੜਾ ਬੰਦੂਕ ਤੰਤਰ ਆ ਉਹ ਠੰਡਾ ਪੈ ਗਿਆ ਜੀ। ਇਹ ਕਿਤੇ ਬੋਲ ਨਹੀਂ ਰਿਹਾ। ਉੱਥੇ ਹੀ ਇਹ ਜਿਹੜਾ ਜੀ ਮੁਕਾਬਲਾ ਹੋਇਆ ਜਿਹਦੇ ਵਿੱਚ ਇਹ ਪਾਕਿਸਤਾਨ ਤੋਂ ਆਏ ਅੱਤਵਾਦੀ ਜਿਹੜੇ ਸੀਗੇ ਜੀ ਉਹਨਾਂ ਨੇ ਇਹਨਾਂ ਨੂੰ ਮਾਰਿਆ ਜੀ, ਜਿਹੜੇ ਫੌਜ ਵਾਲੇ ਸਨ। ਇੱਕ ਲਫ਼ਜ਼ ਵੀ ਇਹਦੇ ਬਾਰੇ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ 56 ਇੰਚ ਦੀ ਛਾਤੀ ਸੀ ਉਹ ਬੋਲ ਨਹੀਂ ਸਕੀ ਜੀ, ਉਹ ਕਹਿ ਨਹੀਂ ਸਕੀ। ਪਹਿਲਾਂ ਉਦੋਂ ਤਾਂ ਇਹ ਕਹਿੰਦੇ ਸੀਗੇ ਕਿ ਇੱਕ ਤਾਂ ਮੈਂ ਹੁੰਦਾ ਪ੍ਰਧਾਨ ਮੰਤਰੀ, ਇੱਕ ਸਿਰ ਵੱਢਿਆ, ਮੈਂ 10 ਸਿਰ ਜਿਹੜੇ ਉਹ ਵੱਢ ਕੇ ਲੈ ਕੇ ਆਉਣੇ ਸੀਗੇ। ਸੋ ਇਹਦੇ ਜਦੋਂ ਇਹਨਾਂ ਦਾ ਹੁਣ ਅੰਤਮ ਸੰਸਕਾਰ ਕੀਤਾ ਗਿਆ ਜੀ, ਕੋਈ ਅਹਿਮ ਲੀਡਰਾਂ ਦੇ ਵਿੱਚੋਂ ਕੋਈ ਨਹੀਂ ਪਹੁੰਚਿਆ ਉਹਨਾਂ ਦੇ ਘਰਾਂ ਦੇ ਉੱਤੇ ਜੀ। ਤੋ ਇਹ ਕਹਿਣ ਦੀਆਂ ਗੱਲਾਂ, ਕਰਨ ਦੀਆਂ ਗੱਲਾਂ ਜਿਹੜੀਆਂ ਜੀ ਉਹ ਟੋਟਲੀ ਵੱਖਰੀਆਂ ਨੇ। ਜੰਮੂ ਕਸ਼ਮੀਰ ਦੇ ਵਿੱਚ ਐਕਚੁਅਲੀ ਹਾਲਾਤ ਜਿਹੜੇ ਨੇ ਉਹ ਹੜ੍ਹਾਂ ਦੇ ਏਡੇ ਬੁਰੇ ਨੇ। ਲੋਕ ਪੈਰਾਂ ਸਿਰ ਅਜੇ ਪਤਾ ਨਹੀਂ ਕਦੋਂ ਹੋਣਗੇ। ਸਰਕਾਰ ਨੇ ਚੋਣਾਂ ਜਿਹੜੀਆਂ ਉਹ ਥੋਪ ਦਿੱਤੀਆਂ ਨੇ ਜੀ ਉੱਥੇ। ਇਹਨਾਂ ਤੋਂ ਵੋਟਾਂ ਤੱਕ ਭਾਇਆ ਜੀ, ਉਸ ਤੋਂ ਬਾਅਦ ਕਿਹਦੇ ਘਰੇ ਸੇਵਾ ਬਲਦਾ ਉਹਦੇ ਨਾਲ ਕੋਈ ਬਹੁਤਾ ਕੋਈ ਫਰਕ ਨਹੀਂ ਪੈਂਦਾ ਜੀ। ਬਿਲਕੁਲ। ਤੇ ਜੇ ਆਪਾਂ ਫੌਜੀਆਂ ਦੀ ਗੱਲ ਕਰਦੇ ਹਾਂ ਤੇ ਜਿਹੜੇ ਸਾਬਕਾ ਸੈਨਿਕ ਆ ਉਹ ਕਹਿ ਰਹੇ ਜਿਹੜਾ ਇੱਕ ਰੈਂਕ ਇੱਕ ਪੈਨਸ਼ਨ ਦੀ ਜਿਹੜੀ ਮੰਗ ਆ ਪਿਛਲੇ ਕਈ ਚਿਰ ਤੋਂ ਜਿਹੜੀ ਚੱਲ ਰਹੀ ਆ, ਉਸ ਦੇ ਲਈ ਹੁਣ ਇਹ ਨਵਾਂ ਸੰਘਰਸ਼ ਵਿੱਢਣ ਜਾ ਰਹੇ ਆ, ਜੰਤਰ ਮੰਤਰ ਤੱਕ ਜਾਣਗੇ। ਉਹਨਾਂ ਨੇ ਕਿਹਾ ਜੀ ਕਿ ਦੁਬਾਰਾ ਤੋਂ ਫੇਰ ਜਿਹੜਾ ਉਹ ਸੰਘਰਸ਼ ਕਰਨਗੇ। ਆਲ ਇੰਡੀਆ ਡਿਫੈਂਸ ਬ੍ਰਦਰਹੁੱਡ ਹੈ ਜੀ ਜਿਹੜੀ, ਉਹਨੇ ਕਿਹਾ ਕਿ 3 ਤੋਂ 16 ਦਸੰਬਰ ਤੱਕ ਜਿਹੜਾ ਜੀ ਉਹ ਧਰਨਾ ਦਿੱਤਾ ਜਾਊਗਾ। ਪੰਜਾਬ ਦੇ ਵਿੱਚ ਹੀ ਬ੍ਰਿਗੇਡੀਅਰ ਹਰਵੰਤ ਸਿੰਘ ਜਿਹੜੇ ਨੇ ਜੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਬਹਾਦਰੀ ਮੈਡਲ ਜਿਹੜੇ ਮੋੜਨੇ ਸ਼ੁਰੂ ਕੀਤੇ ਜਾਣਗੇ ਜੀ। ਔਰ ਸਾਬਕਾ ਫੌਜੀਆਂ ਦੇ ਵੱਲੋਂ ਪਹਿਲਾਂ ਵੀ 22,000 ਮੈਡਲ ਜਿਹੜੇ ਉਹ ਵਾਪਸ ਕੀਤੇ ਗਏ ਸੀਗੇ ਜੀ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਤੇ ਜਿਹੜੇ ਵਿੱਤ ਮੰਤਰੀ ਨੇ ਉਹ ਇੱਕ ਰੈਂਕ ਇੱਕ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਮੰਨ ਕੇ ਲਾਗੂ ਕਰਨ ਤੋਂ ਆਨਾਕਾਨੀ ਜਿਹੜੀ ਹੈ ਜੀ ਉਹ ਕਰ ਰਹੇ ਨੇ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਉਹ ਫੇਰ ਸੰਘਰਸ਼ ਸ਼ੁਰੂ ਕਰਨਗੇ ਜੀ। ਤੇ ਚੌਂਕੀਦਾਰਾਂ ਦੀ ਜਿਹੜੀ ਭੁੱਖ ਹੜਤਾਲ ਆ ਉਹ ਵੀ ਜਿਹੜੀ ਜਾਰੀ ਆ, ਉਸ ਦੇ ਉੱਤੇ ਕੀ ਅਪਡੇਟ ਆ ਜੀ? ਨਹੀਂ, ਖਤਮ ਹੋ ਗਈ ਜੀ ਇਹ ਜਿਹੜੀ ਜੀ ਸੀਗੇ, ਇਹਨੂੰ ਬੰਦ ਕਰ ਦਿੱਤਾ ਗਿਆ ਜੀ।
ਸਰਕਾਰੀ ਖਜ਼ਾਨਾ ਜਿਹੜਾ ਉਹ ਖਾਲੀ ਹੋਣ ਕਰਕੇ ਸਰਕਾਰ ਨੇ ਮੰਗਾਂ ਮੰਨਣ ਤੋਂ ਨਾ ਜਿਹੜੀ ਉਹ ਕਰਤੀ ਸੀਗੀ। ਹੁਣ ਇਹ ਮੁਲਤਵੀ ਕਰ ਦਿੱਤਾ ਗਿਆ ਜੀ ਜਿਹੜਾ ਸੰਘਰਸ਼ ਹਾਲ ਦੀ ਘੜੀ। ਜੀ ਜੀ ਤਾਂ ਸਰੋਤੇ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ, ਕੁਝ ਗੱਲਾਂ ਵੀ ਕੀ ਚੱਲ ਰਿਹਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਜਥੇਦਾਰ ਕੋਈ ਸਭ ਫੌਜ ਕਹਿੰਦਾ, ਕਰਨਾ ਦਾਸ ਦੇ ਵੱਲ ਧਿਆਨ ਭਾਈਓ ਜੀ। ਜਥੇਦਾਰ ਕੋਈ ਸਭ ਫੌਜ ਕਹਿੰਦਾ, ਕਰਨਾ ਦਾਸ ਦੇ ਵੱਲ ਧਿਆਨ ਭਾਈਓ। ਜਿਹੜਾ ਦਿੱਤਾ ਸਰੋਪਾ ਸੁਖਬੀਰ ਸੋਹਣੇ, ਉਹਦੇ ਨਾਲ ਨਾ ਬਣੀ ਸੀ ਸ਼ਾਨ ਭਾਈਓ ਜੀ। ਹੱਥੀ ਨੋਟ ਹਨ ਹਲਕਾ ਇੰਚਾਰਜਾਂ ਦੇ, ਪੱਲੇ ਹੋਰਨਾਂ ਦੇ ਸਿਰਫ ਭਾਨ ਭਾਈਓ। ਸੱਦਾ ਭੇਜਿਆ ਸਾਨੂੰ ਹੁਣ ਭਾਜ ਪਾਈਆਂ, ਆਪ ਆਉਣਾ ਹੈ ਚੱਲ ਪ੍ਰਧਾਨ ਭਾਈਓ ਜੀ। ਆਓ ਜੇਕਰ ਮਨਾਉਣ ਸੁਖਬੀਰ ਸੋਹ ਤਾਂ ਉਹਦਾ ਰੱਖਾਂਗੇ ਉਸ ਦਿਨ ਮਾਣ ਭਾਈਓ ਜੀ। ਆਓ ਜੇਕਰ ਮਨਾਉਣ ਸੁਖਬੀਰ ਸਿੰਘ ਤਾਂ ਉਹਦਾ ਰੱਖਾਂਗੇ ਉਸ ਦਿਨ ਮਾਣ ਭਾਈਓ। ਫੋਕੀ ਝਾਕ ਵਿੱਚ ਐਵੇਂ ਨਾ ਬਹਿ ਰਹੀਏ, ਦੇਣਾ ਮੌਕਾ ਏ ਨਹੀਂ ਹੈ ਜਾਣ ਭਾਈਓ ਜੀ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਅੱਜ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਸੋ ਸੁਣ ਅਸੀਂ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 4082725200 ਜਾਂ 408 722 7698, 408722 7698।